ਸਾਹਿਬ ਜੀ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗਹਰੇ, ਨਿਰਮਲ ਹੈ ਚੀਤਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਵਿਖਮ ਨਦੀ ਜਾਏ ਤਰਣੀ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਹੋਏ ਬੈਠੇ ਸਤਸੰਗੀ ਜਨੋਂ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਅਸਥਾਨ 'ਤੇ ਤੁਖਾਰੀ ਰਾਗ ਦੇ ਅੰਦਰ ਦਰਜ 12 ਮਾਹਾਂ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਕੀਤੀ ਹੈ। ਹੁਣ ਤੱਕ 5 ਪਦੇ ਵਿਚਾਰੇ ਹਨ। ਕੱਲ੍ਹ ਚੇਤ ਮਹੀਨੇ ਦੀ ਵਿਚਾਰ ਕੀਤੀ ਸੀ। ਆਓ ਅੱਜ ਵੈਸਾਖ ਦੇ ਇਸ ਪਾਵਨ ਸ਼ਬਦ ਰਾਹੀਂ ਜੋ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ, ਇਹਨਾਂ ਪਾਵਨ ਵਚਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸੋ ਪਾਠ ਕਰਨ ਤੋਂ ਪਹਿਲਾਂ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ ਜੀ। ਪ੍ਰੇਮ ਸਹਿਤ ਗੁਰਫਤਿਹ ਦੀ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸਾਖ ਭਲਾ, ਵੈਸਾਖ ਭਲਾ, ਸਾਖਾ ਵੇਸ ਕਰੇ, ਸਾਖਾ ਵੇਸ ਕਰੇ। ਤਨ ਦੇਖੈ ਹਰ ਦੁਆਰ, ਤਨ ਦੇਖੈ ਹਰ ਦੁਆਰ। ਆਵੋ ਦਇਆ ਕਰੇ, ਆਵੋ ਦਇਆ ਕਰੇ। ਵੈਸਾਖ ਭਲਾ, ਵੈਸਾਖ ਭਲਾ, ਸਾਖਾਂ ਵੇਸ ਕਰੇ। ਸਾਖਾ ਵੇਸ ਕਰੇ। ਤਨ ਦੇਖੈ ਹਰ ਦੁਆਰ, ਤਨ ਦੇਖੈ ਹਰ ਦੁਆਰ। ਆਵੋ ਦਇਆ ਕਰੇ, ਆਵੋ ਦਇਆ ਕਰੇ। ਹਰ ਆਓ ਪਿਆਰੇ ਦੁਤਰ ਤਾਰੇ, ਹਰ ਆਓ ਪਿਆਰੇ ਦੂਤਰ ਤਾਰੇ। ਤੁਧ ਬਿਨ ਅੱਡ ਨਾ ਮੋਲੋ, ਤੁਧ ਬਿਨ ਅੱਡ ਨ ਮੋਲੋ। ਕੀਮਤ ਕੌਣ ਕਰੇ ਤੁਧ ਭਾਵਾਂ, ਕੀਮਤ ਕੌਣ ਕਰੇ ਤੁਧ ਭਾਵਾਂ। ਦੇਖ ਦਿਖਾਵੇ ਢੋਲੋ, ਦੇਖ ਦਿਖਾਵੇ ਢੋਲੋ। ਦੂਰ ਨ ਜਾਣਾ ਅੰਤਰ ਮਾਨਾ, ਦੂਰ ਨ ਜਾਣਾ ਅੰਤਰ ਮਾਨਾ। ਹਰ ਕਾ ਮਹਿਲ ਪਛਾਨਾ, ਹਰ ਕਾ ਮਹਿਲ ਪਛਾਨਾ। ਨਾਨਕ
ਵੈਸਾਖੀ ਪ੍ਰਭ ਭਾਵੈ। ਨਾਨਕ ਵੈਸਾਖੀ ਪ੍ਰਭ ਭਾਵੈ। ਸੁਰਤ ਸ਼ਬਦ ਮਨ ਮਾਨਾ। ਸੁਰਤ ਸ਼ਬਦ ਮਨ ਮਾਨਾ। ਦੂਰ ਨ ਜਾਣਾ ਅੰਤਰ ਮਾਨਾ। ਦੂਰ ਨ ਜਾਣਾ ਅੰਤਰ ਮਾਨਾ। ਹਰ ਕਾ ਮਹਿਲ ਪਛਾਨਾ। ਹਰ ਕਾ ਮਹਿਲ ਪਛਾਨਾ। ਨਾਨਕ ਵੈਸਾਖੀ ਪ੍ਰਭ ਭਾਵੈ। ਨਾਨਕ ਵੈਸਾਖੀ ਪ੍ਰਭ ਭਾਵੈ। ਸੁਰਤ ਸ਼ਬਦ ਮਨ ਮਾਨਾ। ਸੁਰਤ ਸ਼ਬਦ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਦੇ ਰਾਹੀਂ ਅਧਿਆਤਮ ਦਾ ਉਪਦੇਸ਼, ਪਰਮਾਤਮਾ ਦੇ ਨਾਲ ਜੀਵ ਇਸਤਰੀ ਦਾ ਮਿਲਾਪ ਕਿਵੇਂ ਹੋਣਾ ਹੈ, ਕਿਉਂਕਿ ਪਰਮੇਸ਼ਰ ਨਾਲੋਂ ਕੀਤੇ ਕਰਮਾਂ ਕਰਕੇ ਵਿਛੋੜਾ ਹੋ ਗਿਆ ਜੀਵ ਇਸਤਰੀ ਦਾ। ਫਿਰ ਐਸੇ ਕਰਮ ਕਰਨੇ ਪੈਣੇ ਨੇ ਜਿਨ੍ਹਾਂ ਨਾਲ ਪ੍ਰਭੂ ਨਾਲ ਮਿਲਾਪ ਹੋਵੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਇੱਕ ਵੈਸਾਖ ਦਾ ਮਹੀਨਾ ਭਲਾ ਹੈ, ਚੰਗਾ ਲੱਗਦਾ ਹੈ। ਸਾਖਾਂ ਵੇਸ ਕਰੇ, ਕਿਉਂਕਿ ਰੁੱਖਾਂ ਦੀਆਂ ਜਿਹੜੀਆਂ ਸਾਖਾਵਾਂ ਨੇ, ਲੰਗਰਾਂ ਨੇ, ਉਹ ਵੱਖ-ਵੱਖ ਵੇਸ ਧਾਰਨ ਕਰਦੀਆਂ ਹਨ। ਜਿਵੇਂ ਕਿ ਸੱਚ ਵਿਆਹੀਆਂ ਮੁਟਿਆਰਾਂ ਵਾਂਗ ਕੁੱਲੇ-ਕੁੱਲੇ ਪੱਤਰਾਂ ਦਾ ਹਾਰ ਸ਼ਿੰਗਾਰ ਕਰਦੀਆਂ ਹਨ, ਇਸ ਤਰ੍ਹਾਂ ਬਨਸਪਤੀ ਵੀ ਹਾਰ ਸ਼ਿੰਗਾਰ ਕਰਦੀ ਹੈ। ਨਵੇਂ ਪੱਤੇ ਫੁੱਟਦੇ ਨੇ, ਅੱਗੇ ਹੋਰ ਟਹਿਣੀਆਂ ਫੁੱਟਦੀਆਂ ਨੇ। ਬਨਸਪਤੀ ਜਿਹੜੀ ਅੱਗੇ ਹੋਰ ਵਿਸਥਾਰ ਕਰਦੀ ਹੈ। ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਤੂੰ ਵੀ ਆਪਣੇ ਜੀਵਨ ਦੇ ਅੰਦਰ ਸ਼ੁਭ ਗੁਣਾਂ ਦਾ ਵਿਸਥਾਰ ਕਰ, ਅਤੇ ਜਦੋਂ ਇਸ ਤਰ੍ਹਾਂ ਦਾ ਜੀਵਨ ਜੀਵੇਂਗਾ ਤਾਂ ਵੈਸਾਖ ਦਾ ਮਹੀਨਾ ਜਿਹੜਾ ਹੈ, ਮਾਲਕ ਨੇ ਮੈਨੂੰ ਇਸ ਕਰਕੇ ਚੰਗਾ ਲੱਗਦਾ ਹੈ। ਅਤੇ ਨਾਲ ਵਿਸਾਖ ਦੇ ਵਿੱਚ ਜਿਹੜਾ ਕਿਸਾਨ ਹੈ ਉਹਦੇ ਘਰ ਫਸਲ ਆਉਂਦੀ ਸੀ, ਉਸਦੇ ਘਰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਹਿੰਦਾ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਜਿਹੜੀਆਂ ਨੇ ਜੀਵ ਇਸਤਰੀਆਂ ਜਿਹੜੀਆਂ ਨੇ ਸੱਜ ਵਿਆਹੀਆਂ ਮੁਟਿਆਰਾਂ ਵਾਂਗ ਬਨਸਪਤੀ ਜਿਵੇਂ ਲੱਗਦਾ ਕਿ ਹਾਰ ਸ਼ਿੰਗਾਰ ਕਰਕੇ ਬੈਠੀ ਹੋਈ ਹੈ। ਅਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਆਪਣੇ ਜੀਵਨ ਦੇ ਅੰਦਰ ਤੂੰ ਵੀ ਕੋਈ ਵੇਸ਼ ਧਾਰਨ ਕਰ, ਅਤੇ ਧਨ ਦੇਖੈ ਹਰ ਦੁਆਰ। ਆਪਣੇ ਦੁਆਰ 'ਤੇ ਖਲੋਤੀ ਹੋਈ, ਬੂਹੇ 'ਤੇ ਖਲੋਤੀ ਹੋਈ ਜੀਵ ਇਸਤਰੀ, ਜਿਹੜੇ ਧਨ ਕਹਿੰਦੇ ਨੇ ਜੀਵ ਇਸਤਰੀ ਨੂੰ ਦੇਖਿਆ ਦਾ ਅਰਥ ਦੇਖਦੀ ਹੈ। ਹਰ ਦੁਆਰ, ਹਰੀ ਨੂੰ ਆਪਣੇ ਦੁਆਰ 'ਤੇ ਖਲੋਤੀ ਹੋਈ ਆਵੋ ਦਇਆ ਕਰੇ। ਹੇ ਪਰਮਾਤਮਾ, ਹੇ ਮੇਰੇ ਖਸਮ, ਮੇਰੇ ਘਰ ਵਿੱਚ ਆ, ਮੇਰੇ 'ਤੇ ਦਇਆ ਕਰ, ਮਿਹਰ ਕਰ। ਘਰ ਦੁੱਤਰ ਤਾਰੇ, ਹੇ ਪਿਆਰੇ ਪਤੀ, ਮੇਰੇ ਘਰ ਵਿੱਚ ਆ, ਅਤੇ ਜਿਸ ਵਿੱਚੋਂ ਤਰ ਕੇ ਲੰਘਣਾ ਔਖਾ ਹੈ, ਦੁੱਤਰ ਹੈ, ਇਸ ਦੁੱਤਰ ਸੰਸਾਰ ਤੋਂ ਮੈਨੂੰ ਪਾਰ ਕਰ ਲੈ। ਕਿਉਂਕਿ ਪਰਮਾਤਮਾ ਦਾ ਹਿਰਦੇ ਘਰ ਵਿੱਚ ਆਉਣਾ, ਇਸ ਦੁੱਤਰ ਸੰਸਾਰ ਨੂੰ ਤਰਨਾ, ਕਿਉਂਕਿ ਬਹੁਤ ਔਖਾ ਕੰਮ ਹੈ। ਗੁਰਬਾਣੀ ਨੇ ਗੱਲ ਮੰਨੀ ਹੈ ਕਿ ਇਸ ਸੰਸਾਰ ਨੂੰ ਤਰਨਾ ਔਖਾ ਹੈ। ਸਗੋਂ ਸੰਸਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਜੀਵ ਨੇ ਉਹ ਡੁੱਬ ਰਹੇ ਨੇ। ਕਿਉਂ ਡੁੱਬ ਰਹੇ ਨੇ? ਗੁਰੂ ਨਾਨਕ ਪਾਤਸ਼ਾਹ ਨੇ ਵੀ ਸ਼ੁਰੂਆਤ ਵਿੱਚ ਜ਼ਿਕਰ ਕੀਤਾ। ਜਦੋਂ ਆਪਾਂ ਰਹਿਰਾਸ ਵਿੱਚ ਸ਼ਬਦ ਪੜ੍ਹਦੇ ਹਾਂ ਕਿ ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੂਹ ਪਗਨੀ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਫਿਰ ਗੁਰਬਾਣੀ ਨੇ ਇਸ ਦੀ ਹੋਰ ਵਿਆਖਿਆ ਕੀਤੀ ਕਿ ਡੁੱਬਣ ਦੇ ਕਾਰਨ ਕਬੀਰ ਬੇੜਾ ਜਰਜਰਾ ਫੂਟੇ 6000 ਦੀ ਗੱਲ ਆਖੀ। ਜਾਂ ਗੁਰਬਾਣੀ ਨੇ ਕਿਹਾ ਕਿ ਲੋਭ ਲਹਿਰ ਅਤ ਨਿਜਰ ਵਾਜੈ, ਕਾਇਆ ਡੂਬੈ ਕੇਸਵਾ। ਇਸ ਤਰ੍ਹਾਂ ਗੁਰਬਾਣੀ ਨੇ ਸਾਨੂੰ ਵਿਆਖਿਆ ਕਰਕੇ ਸਮਝਾਇਆ ਕਿ ਇਸ ਜੀਵ ਆਤਮਾ ਦਾ ਇਸ ਸੰਸਾਰ ਜਿਹੜਾ ਕਿ ਤਰਨਾ ਬੜਾ ਔਖਾ ਹੈ, ਦੁੱਤਰ ਹੈ, ਜਿਹਦੇ 'ਚੋਂ ਪਾਰ ਲੰਘਣਾ ਬੜਾ ਮੁਸ਼ਕਿਲ ਹੈ। ਇਸ ਵਾਸਤੇ ਹੋਰ ਮੁਸ਼ਕਿਲ ਹੋਇਆ ਪਿਆ। ਉਸ ਦਾ ਕਾਰਨ ਹੈ ਕਿਉਂਕਿ ਇਸ ਨੇ ਪਾਪਾਂ ਦੀ ਪੰਡ ਆਪਣੇ ਸਿਰ 'ਤੇ ਰੱਖੀ ਹੋਈ ਹੈ, ਨਿੰਦਾ ਚੁਗਲੀ ਦੀ ਪੰਡ ਬਣ ਕੇ ਰੱਖੀ ਹੋਈ ਹੈ, ਵਿਕਾਰ ਦੇ ਪੱਥਰ ਗਲੇ ਨੂੰ ਬੰਨੇ ਨੇ।
ਇੱਕ ਬੜਾ ਪਿਆਰਾ ਬਚਨ ਹੈ ਸਤਿਗੁਰਾਂ ਦਾ। ਮਹਾਰਾਜ ਕਹਿੰਦੇ ਵਿਕਾਰ ਪਾਥਰ ਗਲੇ ਬਾਂਧਿਓ ਨਿੰਦ ਕੋਟ ਸਰਾਏ, ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ। ਮਹਾਸਾਗਰ ਹੈ ਸੰਸਾਰ, ਇਹਨੂੰ ਤਰਨਾ ਉਂਝ ਹੀ ਔਖਾ ਹੈ, ਪਰ ਇਸਨੇ ਤਾਂ ਵਿਕਾਰਾਂ ਦੇ ਪੱਥਰ ਗਲੇ ਨੂੰ ਬੰਨੇ ਨੇ ਤੇ ਨਿੰਦਾ ਦੀ ਪੰਡ ਸਰ ਤੇ ਰੱਖੀ ਹੋਈ ਹੈ। ਇਹ ਕਿਵੇਂ ਪਾਰ ਹੋਵੇ? ਦੁੱਤਰ ਹੈ। ਹਾਂ ਉਹੀ ਤਰ ਸਕਦਾ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਆਵੇਗੀ, ਵਾਹਿਗੁਰੂ ਨਾਲ ਜਿਸ ਦੀ ਸਾਂਝ ਬਣੇਗੀ, ਉਸ ਭਵ ਸਾਗਰ ਨੂੰ ਸੌਖਾ ਤਰ ਜਾਏਗਾ। ਕਿਉਂਕਿ ਰੱਬ ਦੀ ਯਾਦ ਆਉਣੀ, ਪਰਮਾਤਮਾ ਦੇ ਨਾਲ ਜੁੜ ਜਾਣਾ ਇੱਕ ਤਰੀਕਾ ਹੈ ਸੰਸਾਰ ਦੇ ਵਿੱਚੋਂ ਹੋਲੇ ਹੋਣ ਦਾ। ਜਿੱਥੇ ਤੱਕ ਦਾਸ ਅਨੁਭਵ ਕਰਦਾ ਇਸ ਚੀਜ਼ ਨੂੰ ਕਿ ਮਾਲਕ ਦੇ ਨਾਲ ਜੁੜ ਜਾਣਾ, ਮਾਲਕ ਦੇ ਨਾਲ ਸਾਂਝ ਬਣ ਜਾਣੀ, ਇਸ ਤਰ੍ਹਾਂ ਸਮਝੋ ਕਿ ਆਪਣਾ ਜਿਹੜਾ ਭਾਰ ਅਸੀਂ ਲੱਦ ਕੇ ਤੁਰੇ ਹੋਏ ਹਾਂ, ਇਹ ਜਿਵੇਂ ਜਿਵੇਂ ਕਿਸੇ ਦੀ ਸਾਂਝ ਬਣੇਗੀ ਵਾਹਿਗੁਰੂ ਨਾਲ, ਉਤਨਾ ਬੰਦਾ ਇਹਨਾਂ ਵਿਕਾਰਾਂ ਦੇ ਪੱਥਰਾਂ ਤੋਂ ਹੋਲਾ ਹੁੰਦਾ ਜਾਏਗਾ, ਨਿੰਦਾ ਦੀ ਪੰਡ ਛੱਡਦਾ ਚਲਾ ਜਾਏਗਾ। ਕਿਉਂਕਿ ਵਿਕਾਰਾਂ ਦੇ ਪੱਥਰ ਜਿਹੜੇ ਨੇ, ਜਿਹੜੇ ਗਲੇ ਨੂੰ ਬੰਨੇ ਨੇ, ਇਹ ਵੀ ਬੜੇ ਮੁਸ਼ਕਿਲ ਨੇ ਛੱਡਣੇ। ਨਿੰਦਾ ਦੀ ਜਿਹੜੀ ਭਾਰੀ ਵਿਖਮ ਪੰਡ ਹੈ ਉਹ ਵੀ ਛੱਡਣੀ ਮੁਸ਼ਕਿਲ ਹੈ, ਪਰ ਜਿਤਨਾ ਕੋਈ ਨਾਮ ਦੇ ਨੇੜੇ ਹੋਵੇਗਾ ਉਹ ਫਿਰ ਇਸ ਨਿੰਦਾ ਚੁਗਲੀ ਤੋਂ ਬਚ ਜਾਂਦਾ ਹੈ, ਵਿਕਾਰ ਰੂਪੀ ਪੱਥਰਾਂ ਤੋਂ ਦੀ ਭਾਰ ਤੋਂ ਵੀ ਬਚ ਜਾਂਦਾ ਹੈ ਅਤੇ ਉਹ ਹੋਲਾ ਹੋ ਜਾਂਦਾ ਹੈ। ਕਿਉਂਕਿ ਇਹ ਸਾਗਰ ਤਰ ਸਕਦਾ ਉਹ ਬੰਦਾ ਜਿਹੜਾ ਹੋਲਾ ਹੈ। ਕਿਉਂਕਿ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਹਰ ਵੇ ਤਰ ਗਏ ਬੂਢੇ ਜਿਨ ਸਿਰ ਪਾਰ। ਜਿਹੜੇ ਹੋਲੇ ਹੋਲੇ ਸਨ ਉਹ ਤਰ ਗਏ, ਜਿਨ੍ਹਾਂ ਨੇ ਪਾਰ ਲੱਦਿਆ ਸੀ ਉਹ ਡੁੱਬ ਗਏ। ਜਿਤਨੇ ਅਸੀਂ ਹਲਕੇ ਹੋਵਾਂਗੇ ਨਾ ਅੰਦਰੋਂ, ਜਿਤਨੇ ਵਿਕਾਰਾਂ ਨੂੰ ਛੱਡਾਂਗੇ, ਬੁਰਾਈਆਂ ਨੂੰ ਛੱਡਾਂਗੇ, ਇਹ ਹਲਕਾ ਹੋਣਾ ਹੈ। ਸਮੁੰਦਰ ਸਾਗਰ ਔਖਾ ਤਰਨਾ ਹੈ, ਵੈਸੇ ਹੀ ਔਖਾ ਹੈ। ਅਤੇ ਮਰ ਕਹਿੰਦੇ ਤੂੰ ਤਾਂ ਵਿਕਾਰ ਦੇ ਪੱਥਰ ਨਾਲ ਗਲੇ ਨੂੰ ਬੰਦੇ ਨੇ, ਨਿੰਦਾ ਦੀ ਪਣ ਸਿਰ 'ਤੇ ਰੱਖੀ ਹੋਈ ਹੈ। ਇਸ ਕਰਕੇ ਆਵਾਜ਼ ਮਾਰੀ, ਉਸ ਪਿਆਰੇ ਨੂੰ ਸੰਬੋਧਨ ਕੀਤਾ ਕਿ ਹੇ ਮੇਰੇ ਪਿਆਰੇ ਪ੍ਰਭੂ ਘਰ ਆਓ ਪਿਆਰੇ, ਹੇ ਪਿਆਰੇ ਪ੍ਰਭੂ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ। ਦੁੱਤਰ ਤਾਰੇ ਤਾਂ ਕਿ ਇਹ ਸੰਸਾਰ ਨੂੰ ਤਰਨਾ ਔਖਾ ਹੈ, ਲੰਘਣਾ ਔਖਾ ਹੈ, ਇਸ ਤੋਂ ਮੈਨੂੰ ਪਾਰ ਕਰ। ਤਾਰੇ ਦਾ ਅਰਥ ਤਾਰ ਲੈ, ਪਾਰ ਲੰਘਾ ਲੈ। ਬਿਨ ਤੁਧ ਬਿਨ ਅੱਡ ਨਾ ਮੋਲੋ, ਅੱਡ ਦਾ ਅਰਥ ਹੁੰਦਾ ਕੋਡੀ। ਹੇ ਪਰਮਾਤਮਾ ਤੇਰੇ ਤੋਂ ਬਿਨਾਂ ਮੇਰਾ ਕੋਡੀ ਜਿੰਨਾ ਮੁੱਲ ਨਹੀਂ ਹੈ, ਤੇਰੇ ਤੋਂ ਬਿਨਾਂ ਮੇਰਾ ਕੋਡੀ ਜਿੰਨਾ ਮੁੱਲ ਨਹੀਂ ਪੈਂਦਾ। ਅਸਲ ਵਿੱਚ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਉਹਨਾਂ ਨੇ ਕਹਿ ਦਿੱਤਾ ਕਿ ਗੋਬਿੰਦ 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 ਸੰਗ ਨਾਮ ਦੇਵ ਮਨ ਲੀਨਾ, ਆਡ ਦਾਮ ਕੋ ਛੀਪਰੋ ਹੋਇਓ ਲੱਖੀਨਾ। ਜਿਹੜੇ ਕੋਡੀ ਦੇ ਸਨ ਨਾ ਉਹ ਲੱਖਾਂ ਦੇ ਬਣ ਗਏ, ਕਿਉਂਕਿ ਉਸ ਦਾ ਆ ਜਾਣਾ ਲੱਖਾਂ ਦੇ ਹੋ ਜਾਣਾ। ਪਰਮਾਤਮਾ ਦੀ ਯਾਦ ਭੁੱਲ ਜਾਣੀ, ਪਰਮਾਤਮਾ ਦਾ ਜੀਵਨ ਦੇ ਵਿੱਚੋਂ ਨਾਮ ਭੁੱਲ ਜਾਣਾ। ਅਸੀਂ ਕੋਡੀ ਦੇ ਵੀ ਨਹੀਂ ਹਾਂ, ਪਰ ਮਾਲਕ ਦੀ ਯਾਦ ਸਾਨੂੰ ਅਮੀਰ ਕਰ ਦਿੰਦੀ ਹੈ। ਮਾਲਕ ਦੀ ਯਾਦ ਸਾਨੂੰ ਅਮੀਰ ਕਰ ਦਿੰਦੀ ਹੈ, ਮਹਾਨ ਕਰ ਦਿੰਦੀ ਹੈ। ਇਸ ਕਰਕੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਭਗਤਾਂ ਦਾ ਜ਼ਿਕਰ ਕੀਤਾ ਕਿ ਦੇਖੋ ਤੁਸੀਂ ਗੋਬਿੰਦ ਦੇ ਨਾਮ ਨਾਲ ਜੁੜ ਕੇ ਗੋਬਿੰਦ 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 ਸੰਗ ਨਾਮ ਦੇਵ ਮਨ ਲੀਨਾ, ਆਡ ਦਾਮ ਕੋ ਛੀਪਰੋ। ਜਿਹੜੇ ਲੋਕ ਕਹਿੰਦੇ ਸਨ ਕਿ ਇਹ ਕੋਡੀ ਦਾ ਛਿੰਬਾ ਹੈ ਅਤੇ ਉਹ ਲੱਖਾਂ ਦਾ ਬਣ ਗਿਆ। ਉਹਦਾ ਸਤਿਕਾਰ, ਉਹਦੇ ਨਾਲ ਪਿਆਰ, ਲੋਕਾਂ ਨੇ ਰੱਜ ਕੇ ਉਸਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ। ਪਾਓ ਕਿ ਬੜਾ ਮੁੱਲ ਪੈ ਗਿਆ। ਫਿਰ ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਾ ਇਹੋ ਗੁਨੇ ਹੀਰਾ। ਰਵਿਦਾਸ ਢੋਵੰਤਾ ਟੋਰ ਨਿਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਧਕਾਰਿਆ। ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰਮ ਭਗਤਾਂ ਮੈਂ ਗਣਿਆ। ਇਹ ਵੀ ਸੁਣ ਕੇ ਜਾਟ ਰੋਡ ਭਗਤੀ ਲਾਗਾ, ਮਿਲੇ ਪ੍ਰਥਕ ਗੁਸਾਈਆਂ ਧੰਨਾ ਬੜ ਭਾਗਾ। ਇੱਕ ਵਿਚਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਔਰ ਇਹ ਗੱਲ ਸਾਨੂੰ ਸਮਝਾਈ ਕਿ ਪਰਮਾਤਮਾ ਹੈ ਅਤੇ ਤੁਸੀਂ ਲੱਖਾਂ ਦੇ ਹੋ ਅਤੇ ਪਰਮਾਤਮਾ ਤੋਂ ਬਿਨਾਂ ਤੁਹਾਡਾ ਕੋਡੀ ਜਿੰਨਾ ਮੁੱਲ ਨਹੀਂ ਹੈ। ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਹੇ ਮੇਰੇ ਪ੍ਰਭੂ ਤੁਧ ਬਿਨ ਅੱਡ ਨਾ ਮੋਲੋ, ਤੇਰੇ ਤੋਂ ਬਿਨਾਂ ਤਾਂ ਮੇਰਾ ਅੱਧੀ ਕੋਡੀ ਜਿੰਨਾ ਵੀ ਮੁੱਲ ਨਹੀਂ। ਫਿਰ ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਪਾਵਾਂ। ਹੇ ਮੇਰੇ ਮਾਲਕ ਜੇ ਤੈਨੂੰ ਭਾ ਜਾਵਾਂ, ਤੈਨੂੰ ਚੰਗੀ ਲੱਗਾ ਅਤੇ ਕੀਮਤ ਕੌਣ ਕਰੇ, ਫਿਰ ਕੌਣ ਕੀਮਤ ਲਾ ਸਕਦਾ ਮੇਰੀ। ਜੇ ਵਾਹਿਗੁਰੂ ਤੈਨੂੰ ਮੈਂ ਭਾ ਜਾਵਾਂ, ਤੈਨੂੰ ਚੰਗੀ ਲੱਗਾ, ਫਿਰ ਹੈ ਦੁਨੀਆ ਵਿੱਚ ਕੋਈ ਜਿਹੜਾ ਕਿ ਮੇਰੀ ਕੀਮਤ ਲਾ ਸਕੇ। ਸੱਚ ਜਾਣਨਾ ਜਿਹੜੇ ਰੱਬ ਨਾਲ ਜੁੜ ਗਏ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਉਹ ਇਤਨੇ ਅਮੋਲਕ ਹੋ ਜਾਂਦੇ ਨੇ, ਉਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ।
ਉਹਨਾਂ ਦੀ ਕੋਈ ਕੀਮਤ ਨਹੀਂ ਹੈ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਨੇ। ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਵਸ ਗਈ ਹੈ। ਇੱਥੇ ਵੀ ਜੀਵ ਇਸਤਰੀ ਕਹਿ ਰਹੀ ਹੈ, ਕੀਮਤ ਕੌਣ ਕਰੇ ਤੁਧ ਭਾਵਾਂ, ਹੇ ਮੇਰੇ ਪ੍ਰਭੂ ਜੇ ਤੈਨੂੰ ਭਾ ਜਾਵਾਂ, ਤੈਨੂੰ ਚੰਗੀ ਲੱਗਣ ਲੱਗ ਪਵਾਂ, ਜੇ ਤੂੰ ਮੈਨੂੰ ਪਿਆਰ ਕਰਨ ਲੱਗ ਪਵੇਂ, ਤੇਰੀ ਨਜ਼ਰ ਵਿੱਚ ਮੈਂ ਚੰਗੀ ਹੋ ਜਾਵਾਂ, ਤਾਂ ਫਿਰ ਮੇਰੀ ਕੋਈ ਕੀਮਤ ਨਹੀਂ। और सच है कि किनका एक जिस जीव सावै ताकि महिमा गणी ना आवे, नहीं गिनी जा सकती, नहीं बयान की जा सकती, मन्ने की गत कही ना जाए। इस करके गुरु साहब कहन लगे कि जे तैनू भा जाए, देख दिखावे ढोलो, देख के पाओ दर्शन करके दिखावे, मैनू भी दर्शन करा दे। ढोलो का अर्थ हुंदा है प्यार, किते मैनू भी दर्शन हो जान मालक दे, मेरे प्रभु पति दे, और जे उन्होंने भा जावां तो जो मेरी कीमत कौन कर सकता है, कौन कीमत पा सकता है। पाओ कि जिस जीव इस्त्री ने पति परमात्मा दे अपने ढोलो दे दर्शन, ढोलो कहते ने खसम नूं, परमात्मा नूं, जे उसदे दर्शन कर लए, जे उस परमात्मा नूं जीव इस्त्री पा गई, साधु कहने फिर कीमत कौन पा सकता। फिर कहने दूर न जाना अंतर मानना, महाराज कहते मैं अपने खसम नूं दूर नहीं जानती हाँ, अंतर मानना मैं अपने खसम परमात्मा नूं अपने अंदर मनती हाँ। असल दे विच मालक बड़ा नेड़े है। भगतां ने ते कह दिता कि सर्वे एक अनेक स्वामी, सब कर भगवै सोई, कह रविदास हाथ पै नेड़े सहजे होए सो होई। मेरा मालक तो हथ नालों भी नेड़े है, मालक प्रभु हथ नालों भी नेड़े है। बस ये है कि आत्मिक अडोलता मिलन की गल है। जिमें आपां पिछले शब्द तो उस तो पहला दो गल्लां विचारियां सन, जीवन विच एक अडोलता, दूजी दात है प्रेम की। ਜਿਹੜਾ चौथा शब्द विचारिया सी ना, उत्थे मंग सी कि अडोलता की प्राप्ति हो जाए तो जीवन विच परमात्मा का प्रेम हासिल हो जाए। क्योंकि जे जीवन दे विच आत्मिक अडोलता आ गई, मालक दे नाल प्रेम पै गया, फिर ही सांझ बनेगी। जिहड़ी जीव इस्त्री नूं परमात्मा उत्ते भरोसा ही नहीं है, जिहड़ी डोलदी फिरदी है गुस्ताखी माप, वो रब दे नाल पूर्ण नहीं जुड़ सकती, ਉਹਦੇ ਨਾਲ ਸਾਂਝ नहीं बन सकती। इस करके साहिब कहन लगे, कहते ने मैं तो खसम प्रभु नूं जीव इस्त्री कह रही है दूर ना जाना, दूर नहीं जानती, अंतर माना अपने हिरदे दे विच ही उन्हों मनती हाँ। तो कहन लगे सतगुरु हर का महल पछाणा, तो मैं अपने खसम का टिकाणा जिहड़ा सी, अपने मालक प्रभु का टिकाणा जिहड़ा सी, वो जो है पहचान लैंदी हाँ। मैनूं समझ आ गई कि परमात्मा का टिकाणा किते है। और जिन्होंने ने इस गल नूं पहचानिया, उन्होंने कह दिता कि लोग कहते ने दखन देख देश हरि का वासा, पश्चिम अल्लाह मुकामा। वो रब दे प्यारे कहते दिल में खोज, दिले दिल खोजो यही ठोर मुकामा। कहते तेरे हिरदे विच ही मालक जी बसते हैं, बंदे खोज दिल हर रोज़ अपने दिल विच खोज कर, क्योंकि उसका ठोर टिकाना दिल विच है। फिर भगतां ने कह दिता कि फरीदा जंगल जंगल क्या पवे, वन कंडा मोड़े, वसी रब ह्यालीए जंगल क्या ढूंढे। बाहर लभण की लोड़ नहीं, तेरे हिरदे विच महल नूं पहचान लिया। हुण जदों ये गल समझ जाए कि मालक का टिकाणा किते है, मालक का महल किते है, जदों जीव इस्त्री इस गल नूं पहचान लैंदी है, फिर उसदे नाल जुड़ जाती। फिर उसकी अवस्था की है, मालक ने नानक बैसाखी प्रभ भावै, वैसाख के महीने राई मालक ने प्रभ भाव है, वह परमात्मा पति वाहिगुरू नूं भा जाती है। सुरत शब्द मन माना, तो शब्द विच जुड़ के अपने सुरत नूं शब्द विच जोड़ के मन माना, उसका मन जिहड़ा सी वो पतीज गया, गिज गया। मन जिहड़ा उसकी याद दे विच जुड़ गया। असल में साडे मन का पतीज जाना, पतीजन का अर्थ हुंदा है पूर्ण तसल्ली हो जानी, गिज जाना पूर्ण तौर। जिवें असीं लोकां नूं पतिआउण दा यतन करदे हां, लोग पतीज जाण, लोग प्रसन्न हो जाण, जे किते असीं अपनी सुरत अते शब्द दे नाल जुड़ीए ना, तां फिर किते जाके गल बनदी है। फिर ये मन जिहड़ा है वो गिज जांदा है, पतीज जांदा है।
ਅਸੀਂ ਲੋਕ ਇਹ ਤਾਂ ਕਰ ਲੈਂਦੇ ਹਾਂ, ਜਿਵੇਂ ਕਬੀਰ ਸਾਹਿਬ ਕਹਿੰਦੇ ਨੇ, ਅੰਤਰ ਮੈਲ ਜੇ ਤੀਰਥ ਨਾਮ ਹੈ, ਤਿਸ ਬੈਕੁੰਠ ਨਾ ਜਾਣਾ, ਲੋਕ ਪਤੀ ਨੇ ਕਛੂ ਨਾ ਹੋਵੇ, ਨਾ ਹੀ ਰਾਮ ਆਣਾ। ਅਸੀਂ ਲੋਕਾਂ ਨੂੰ ਪਤਿਆਉਣ ਵਾਸਤੇ ਕਰਮ ਕਰਦੇ ਹਾਂ, ਪਰ ਆਪਣੇ ਮਨ ਨੂੰ ਪਤਿਆਉਣ ਵਾਸਤੇ ਕਰਮ ਨਹੀਂ ਕਰਦੇ। ਜਿਹਨਾਂ ਆਪਣੇ ਮਨ ਨੂੰ ਪਤਿਆਉਣ ਵਾਸਤੇ ਵੀ ਇਹ ਮਨ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਬਿਲਕੁਲ ਪਤੀਜ ਜਾਏ, ਇਹ ਗਿੱਝ ਜਾਏ ਪਰਮਾਤਮਾ ਦੇ ਨਾਲ, ਜਿਵੇਂ ਲੋਕਾਂ ਨੂੰ ਪਤਿਆਉਣ ਵਾਸਤੇ ਕਰਦੇ, ਇਸ ਤਰ੍ਹਾਂ ਆਪਣੇ ਮਨ ਨੂੰ ਪਤਿਆਉਣ ਵਾਸਤੇ ਅਸੀਂ ਸਤਸੰਗਤ ਕਰੀਏ, ਨਾਮ ਜਪੀਏ, ਸਿਮਰਨ ਕਰੀਏ ਕਿ ਇਹ ਸਾਡਾ ਮਨ ਮੰਨ ਜਾਏ। ਇਸ ਤਰ੍ਹਾਂ ਕਹਿ ਲਈਏ ਸੌਖੇ ਲਫ਼ਜ਼ਾਂ ਦੇ ਵਿੱਚ, ਕਿਉਂਕਿ ਦਾਸ ਦਾ ਯਤਨ ਹੁੰਦਾ ਵੀ ਜਿਤਨੇ ਸੌਖੇ ਲਫ਼ਜ਼ਾਂ ਵਿੱਚ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਵਿਆਖਿਆ ਹੋਵੇ ਉਹਨਾਂ ਸੁੱਖ ਚੰਗਾ ਹੁੰਦਾ ਹੈ। ਕਿਉਂਕਿ ਇਹ ਗੁਰਬਾਣੀ ਵਿੱਚ ਗੱਲ ਇਹ ਨਹੀਂ ਕਿ ਵਿਦਵਤਾ ਕਿਤਨੀ ਬੰਦੇ ਵਿੱਚ, ਕੋਈ ਕਿੰਨਾ ਵੱਡਾ, ਜੇ ਮੋਟੇ ਵੱਡੇ ਵੱਡੇ ਲਫ਼ਜ਼ ਬੋਲੇ ਜਾਣ, ਸੰਗਤ ਦੇ ਸਮਝ ਵਿੱਚ ਇੰਨਾ ਆਉਣ, ਲੋਕ ਕਹਿਣਗੇ ਜੀ ਬੜਾ ਵਿਦਵਾਨ ਹੈ। ਗੱਲ ਇਹ ਨਹੀਂ, ਗੱਲ ਇਹ ਹੈ ਕਿ ਅਸੀਂ ਗੁਰਬਾਣੀ ਦੇ ਕਿਤਨੇ ਨੇੜੇ ਹੁੰਦੇ ਜਾ ਰਹੇ ਹਾਂ। ਗੱਲ ਇਹ ਹੈ ਕਿ ਗੁਰਬਾਣੀ ਦੀ ਸਮਝ ਕਿਤਨੀ ਆ ਰਹੀ ਸਾਨੂੰ। ਕਿਉਂਕਿ ਇਹ ਮਨ ਜਿਹੜਾ ਹੈ ਸ਼ਬਦ ਵਿੱਚ ਸੁਰਤ ਜੁੜ ਜਾਏ ਅਤੇ ਇਹ ਮਨ ਗਿੱਝ ਜਾਏ, ਜਿਹੜਾ ਮਨ ਕਦੀ ਅਸੀਂ ਕਹਿੰਦੇ ਟਿਕਦਾ ਹੀ ਨਹੀਂ ਹੈ। ਸ਼ਬਦ ਗੁਰੂ ਅਤੇ ਸਿੱਖ ਸੁਰਤ ਬਣੇ ਅਤੇ ਨਾਲ ਇਹ ਜਿਹੜਾ ਮਨ ਹੈ ਇਹ ਕਿਤੇ ਗਿੱਝ ਜਾਏ, ਇਹ ਪਤੀਤ ਜਾਏ, ਇਹ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇ, ਪਰਮਾਤਮਾ ਦੇ ਇਤਨੇ ਨੇੜੇ ਹੋ ਜਾਏ, ਇਹ ਮਨ ਪਰਮਾਤਮਾ ਨੂੰ ਭਾ ਜਾਏ, ਫਿਰ ਗੱਲ ਬਣੇ। ਆਓ ਕਿ ਪਰਮਾਤਮਾ ਨੂੰ ਭਾਉਣਾ ਜਾਂ ਪਰਮਾਤਮਾ ਨਾਲ ਮਨ ਦਾ ਜੁੜਨਾ ਇਹ ਹੈ ਕਿ ਸਾਡੇ ਜਿਹੜੇ ਫੁਰਨੇ ਨੇ ਉਹ ਵਾਹਿਗੁਰੂ ਦੇ ਹੁਕਮ ਵਾਲੇ ਹੋਣ, ਵਾਹਿਗੁਰੂ ਦੀ ਯਾਦ ਵਾਲੇ ਹੋਣ, ਉਹਦੇ ਰਜ਼ਾ ਨੂੰ ਸਮਝਣ ਵਾਲੇ ਹੋਣ। ਇਹ ਸਾਡਾ ਮਨ, ਸਾਡੇ ਫੁਰਨੇ ਸੰਸਾਰ ਵਾਲੇ ਨਾ ਹੋਣ, ਤ੍ਰਿਸ਼ਨਾ ਵਾਲੇ, ਮੇੜ ਤੇਰ ਵਾਲੇ, ਨਿੰਦਾ ਚੁਗਲੀ ਵਾਲੇ, ਜੋ ਸਾਡੇ ਅੰਦਰ ਫੁਰਨੇ ਅਕਸਰ ਚੱਲਦੇ ਰਹਿੰਦੇ ਨੇ, ਜਿਸ ਨੂੰ ਅਸੀਂ ਚੰਚਲ ਮਨ ਵੀ ਗੁਰਬਾਣੀ ਨੇ ਕਿਹਾ, ਇਹਨੂੰ ਕਿਤੇ ਖੋਤਾ ਮਨ ਵੀ ਗੁਰਬਾਣੀ ਨੇ ਕਿਹਾ। ਉਹ ਫੁਰਨੇ ਛੇਤੀ ਕਰਕੇ ਟਿਕਦੇ ਨਹੀਂ, ਔਰ ਇਸ ਕਰਕੇ ਉਹ ਫੁਰਨੇ ਤਾਂ ਨਹੀਂ ਟਿਕਦੇ ਕਿਉਂਕਿ ਸਾਡੀ ਸੁਰਤ ਜਿਹੜੀ ਹੈ ਉਹ ਸ਼ਬਦ ਨਾਲ ਨਹੀਂ ਜੁੜਦੀ। ਜੇ ਸ਼ਬਦ ਨਾਲ ਜੁੜ ਗਈ ਅਤੇ ਇਹ ਜਿਹੜੇ ਫੁਰਨੇ ਨੇ ਸਾਡੇ ਬਾਹਰੋਂ ਆਉਣ ਵਾਲਾ ਜੇ ਵਿਚਾਰਾਂ ਦਾ ਆਦਾਨ ਪ੍ਰਦਾਨ ਜਿਹਨੂੰ ਕਹਿੰਦੇ, ਇਹਨੂੰ ਹੀ ਤਾਂ ਮਨ ਮੰਨਿਆ ਗਿਆ ਨਾ ਗੁਰਬਾਣੀ ਦੇ ਮੁਤਾਬਿਕ। ਇਸ ਕਰਕੇ ਇਹਨੂੰ ਗੁਰਬਾਣੀ ਨੇ ਇਹ ਵੀ ਕਹਿ ਦਿੱਤਾ ਕਿ ਮਨ ਤੂੰ ਜੋਤ ਸਰੂਪ ਹੈ। ਇੱਕ ਹੋਰ ਬੇਨਤੀ ਕਰਾਂ, ਜਿੱਥੇ ਕਿ ਜਦੋਂ ਆਪਾਂ ਇਸ ਦਾ ਸਮਝਾਂਗੇ ਨਾ ਗੁਰਬਾਣੀ ਨੂੰ, ਇੱਕ ਥਾਂ 'ਤੇ ਮਨ ਇਸ ਜੀਵ ਆਤਮਾ ਨੂੰ ਕਿਹਾ ਜਾਂਦਾ ਹੈ, ਪਰ ਬਹੁਤੀ ਥਾਵਾਂ 'ਤੇ ਜਿਹੜਾ ਮਨ ਹੈ, ਜਿੱਥੇ ਮਨ ਖੁੱਟਰ ਕਰਕੇ ਕਿਹਾ ਗਿਆ, ਮਨ ਖੁੱਟਰ ਤੇਰਾ ਨਹੀਂ ਵਿਸਾਰ, ਇਹ ਮਨ ਚੰਚਲਾ ਜਿੱਥੇ ਕਿਹਾ ਗਿਆ, ਉਹ ਕਿਸੇ ਹੋਰ ਚੀਜ਼ ਦਾ ਨਾਮ ਹੈ। ਉਹ ਹੈ ਸਾਡੇ ਫੁਰਨੇ ਜਿਹੜੇ ਨੇ, ਸਾਡੇ ਆਦਾਨ ਪ੍ਰਦਾਨ ਹੈ। ਅਤੇ ਇੱਕ ਜਿਹੜੇ ਸਾਡੇ ਅੰਦਰ ਜੋਤ ਹੈ, ਜੋਤ ਨੂੰ ਵੀ ਕਈ ਥਾਂ 'ਤੇ ਮਨ ਕਿਹਾ ਗਿਆ। ਪਰਮਾਤਮਾ ਦਾ ਜੋਤੀ ਸਰੂਪ ਕਿਹਾ ਗਿਆ ਮਨ ਨੂੰ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਹਰੀ ਪਰਮਾਤਮਾ ਤੇਰੇ ਨਾਲ ਹੈ। ਤਨ ਫਿਰ ਕਾਇ ਕੀ ਸੰਗਵਾਸਾ ਵਾਲੀ ਗੱਲ ਜਿਹੜੀ ਹੈ, ਜੇ ਗੁਰਬਾਣੀ ਨੂੰ ਜਿਤਨੀ ਬਰੀਕੀ ਵਿੱਚ ਵਿਚਾਰਾਂਗੇ ਤਾਂ ਇਸ ਦੇ ਵਿੱਚੋਂ ਸਾਨੂੰ ਗਿਆਨ ਮਿਲੇਗਾ ਵੀ ਗੁਰੂ ਸਾਹਿਬ ਕਿਸੇ ਥਾਂ 'ਤੇ ਮਨ ਕਿਸੇ ਹੋਰ ਚੀਜ਼ ਵਾਸਤੇ ਵਰਤ ਰਹੇ ਨੇ, ਕਿਸੇ ਥਾਂ 'ਤੇ ਮਨ ਕਿਸੇ ਹੋਰ ਚੀਜ਼ ਵਾਸਤੇ ਵਰਤ ਰਹੇ ਨੇ। ਜਦੋਂ ਸਾਡੀ ਜਿਹੜੀ ਸੁਰਤ ਹੈ, ਅੰਦਰ ਦਾ ਜਿਹੜਾ ਟਿਕਾਓ ਹੈ ਸਾਡਾ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਜਦੋਂ ਰੱਬ ਦੀ ਉਸਤਤ ਕਰੇ ਨਾ, ਰੱਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਜਦੋਂ ਉਸ ਅਵਸਥਾ ਦੀ ਗੱਲ ਚੱਲ ਰਹੀ ਹੈ, ਸੁਰਤ ਬਿਲਕੁਲ ਸ਼ਬਦ ਵਿੱਚ ਟਿਕ ਜਾਏ, ਜੁੜ ਜਾਏ, ਇੱਕਮਿਕ ਹੋ ਜਾਏ, ਫਿਰ ਜਾ ਕੇ ਕਿਤੇ ਜਿਹੜਾ ਇਹ ਮਨ ਗਿੱਝਦਾ ਹੈ, ਜਿਹੜਾ ਮਨ ਅਸੀਂ ਕਹਿੰਦੇ ਰੁਕਦਾ ਹੀ ਨਹੀਂ, ਟਿਕਦਾ ਹੀ ਨਹੀਂ, ਭਟਕਦਾ ਫਿਰਦਾ ਹੈ। ਸਾਡੇ ਫੁਰਨੇ ਕਦੀ ਖੜਦੇ ਹੀ ਨਹੀਂ ਹਨ, ਸੰਸਾਰ ਦੇ ਫੁਰਨੇ, ਵਿਕਾਰਾਂ ਦੇ ਫੁਰਨੇ, ਮੇੜ ਤੇੜ ਦੇ ਫੁਰਨੇ ਆਈ ਜਾਂਦੇ। ਅਸੀਂ ਬਹੁਤਾਤ ਵਿੱਚ ਇਹੀ ਕਹਿੰਦੇ ਹਾਂ ਨਾ, ਪਿਆਰ ਵਾਲੋ ਸੱਚ ਜਾਣਨਾ। ਜਦੋਂ ਇਹ ਸੁਰਤ ਅੰਦਰਲੀ, ਅੰਦਰ ਦਾ ਧਿਆਨ ਜਿਹਨੂੰ ਕਹਿੰਦੇ ਆ, ਇਸ ਸ਼ਬਦ ਦੇ ਨਾਲ ਜਦੋਂ ਸਾਡੀ ਸੁਰਤ ਜੁੜ ਗਈ, ਸਾਡਾ ਧਿਆਨ ਜੁੜ ਗਿਆ, ਸਾਡਾ ਅੰਦਰਲਾ ਜੁੜ ਗਿਆ, ਫਿਰ ਸਾਡੇ ਜਿਹੜੇ ਬਾਹਰ ਦੇ ਫੁਰਨੇ, ਜੋ ਸਾਡਾ ਵਿਚਾਰਾਂ ਦਾ ਆਦਾਨ ਪ੍ਰਦਾਨ, ਉਹ ਰੁਕ ਜਾਣਾ, ਉਹ ਟਿਕ ਜਾਏਗਾ, ਉਹ ਪਤੀਤ ਜਾਣਗੇ, ਉਹ ਵਿਚਾਰਾਂ ਅੰਦਰ ਆਉਣਗੇ ਹੀ ਨੇ। ਕਿਉਂਕਿ ਅੰਦਰ ਵਿਚਾਰਾਂ ਤਾਂ ਨੇ ਕਿਉਂਕਿ ਸੁਰਤ ਖਿੰਡੀ ਪਈ ਹੈ ਪਦਾਰਥਾਂ ਦੇ ਵਿੱਚ, ਵਿਕਾਰਾਂ ਦੇ ਅੰਦਰ। ਇਸ ਕਰਕੇ ਇਹ ਸਾਰੀ ਗੜਬੜ ਹੋਈ ਹੈ। ਜਿਸ ਦਿਨ ਇਹ ਸੁਰਤ ਟਿਕ ਗਈ ਨਾ ਸ਼ਬਦ ਨਾਲ, ਫਿਰ ਇਹ ਸਾਰਾ ਮਨ ਜਿਹੜਾ ਸਾਡਾ ਗਿੱਝ ਜਾਏਗਾ, ਮਨ ਪਤੀਤ ਜਾਏਗਾ। ਮਨ ਪਤੀਜਨ ਦੀ ਗੱਲ ਹੈ। ਫਿਰ ਕਬੀਰ ਸਾਹਿਬ ਵਾਂਗ ਕਹਿ ਦੇਵਾਂਗੇ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ,
मन माने लोग ना पतीजै, ना पतीजै तो क्या कीजै। फिर खेड बन जानी, फिर मर कहने वैसाख का महीना चंगा है, भला है, क्योंकि परमात्मा नूं ये जीव आत्मा भा गई है। इतने वचन प्रवान गुरु कृपा करे कि ये विचार जो सतगुरां ने साडे समक्ष रखी है, इस विचार के धारनी बन के गुरु की असीस के पात्र बनीए। फतेह की सांझ करो, आखो जी वाहिगुरु जी का खालसा वाहिगुरु जी की फतेह। वाहिगुरु 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 वाहिगुरु। वाहिगुरु जी का खालसा वाहिगुरु जी की फतेह।